वेलकम टू 26x पार्टनर्स। पीपीएससी ने अपना फंक्शन मैनेजर का एग्जाम कंडक्ट करना है और सब ਨੂੰ ਕਨਫਿਊਜ਼ਨ ਹੈ ਕਿ ਪੇਪਰ ਕਿੱਥੋਂ ਹੋਏਗਾ ਜਾਂ ਇਹਦਾ ਸਿਲੇਬਸ ਕੀ ਹੋਵੇਗਾ। ਤੁਸੀਂ ਆਪਣੇ ਜੀਐਨਡੀਯੂ ਪੀਟੀਯੂ ਜਾਂ ਪੰਜਾਬੀ ਯੂਨੀਵਰਸਿਟੀ ਦਾ ਸਿਲੇਬਸ ਦੇਖ ਲਓ। ਬੀਬੀਏ ਲੈਵਲ ਦਾ ਜਾਂ ਐਮਬੀਏ ਲੈਵਲ ਦਾ ਕੀ ਹੋਏਗਾ, ਪੇਪਰ ਸਾਰਾ ਉੱਥੋਂ ਹੀ ਆਏਗਾ, ਪੇਪਰ ਕਿਤੋਂ ਬਾਹਰੋਂ ਨਹੀਂ ਆਏਗਾ। ਉਹਦੇ ਵਿੱਚ ਸਾਰਾ ਸਿਲੇਬਸ ਮੈਨੇਜਮੈਂਟ ਦਾ ਕਵਰ ਹੁੰਦਾ ਹੈ। ਸੋ ਅੱਜ ਤੋਂ ਅਸੀਂ ਮੈਨੇਜਮੈਂਟ ਦਾ ਲੈਕਚਰ ਸਟਾਰਟ ਕਰਨ ਜਾ ਰਹੇ ਹਾਂ। ਮੈਨੇਜਮੈਂਟ ਦੇ ਨੋਟਸ ਬਣਾਏ ਹੋਏ ਆ। ਫਸਟ ਸਟਾਰਟ ਕਰਾਂਗੇ ਆਪਾਂ ਆਪਣੇ ਬੇਸਿਕਸ ਤੋਂ। ਲੈਟਸ ਸਟਾਰਟ। ਸੋ ਫਸਟ ਹੈ ਸਾਡਾ ਮੈਨੇਜਮੈਂਟ। ਜਿੱਦਾਂ ਇੱਕ ਹਿਊਮਨ ਬੋਡੀ ਨੂੰ ਚਲਾਉਣ ਦੇ ਲਈ ਸਾਨੂੰ ਜ਼ਰੂਰਤ ਹੁੰਦੀ ਹੈ ਉਹਦੇ ਬ੍ਰੇਨ ਦੀ। ਬ੍ਰੇਨ ਸਾਰੇ ਫੰਕਸ਼ਨ ਕੰਟਰੋਲ ਕਰਦਾ ਹੈ। ਇਸ ਤਰ੍ਹਾਂ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਵਿੱਚ ਸਾਰੇ ਫੰਕਸ਼ਨ ਕੰਟਰੋਲ ਕਰਦਾ ਹੈ ਇੱਕ ਮੈਨੇਜਮੈਂਟ। ਮੈਨੇਜਮੈਂਟ ਹੀ ਦੱਸਦਾ ਕਿੱਥੇ ਕੀ ਕਰਨਾ, ਕਿੱਥੋਂ ਪ੍ਰੋਫਿਟ ਹੋਣਾ, ਕਿੱਥੇ ਤੁਸੀਂ ਕਿੰਨਾ ਪੈਸਾ ਲਗਾਉਣਾ, ਕਿੱਥੋਂ ਇਨਕਮ ਆਏਗੀ। ਸੋ ਇੱਕ ਪ੍ਰੋਫੈਸਰ ਦੇ ਅਕੋਰਡਿੰਗ ਮੈਨੇਜਮੈਂਟ ਕੀ ਹੈ? ਮੈਨੇਜਮੈਂਟ ਇਜ਼ ਦਾ ਪ੍ਰੋਸੈਸ ਆਫ ਡਿਜ਼ਾਈਨਿੰਗ ਐਂਡ ਮੇਨਟੇਨਿੰਗ ਐਨ ਐਨਵਾਇਰਨਮੈਂਟ। ਇੱਕ ਇੱਦਾਂ ਦਾ ਇਨਵਾਇਰਨਮੈਂਟ ਤਿਆਰ ਕਰਨਾ, ਉਹਨੂੰ ਇੱਦਾਂ ਡਿਜ਼ਾਈਨ ਕਰਨਾ ਅਤੇ ਮੇਨਟੇਨ ਕਰਕੇ ਰੱਖਣਾ। ਇਹਦੇ ਵਿੱਚ ਇੰਡੀਵਿਜੂਅਲਸ ਜਿੰਨੇ ਵੀ ਇੰਪਲੋਇਰ ਹੈ ਸਾਰੇ ਇਕੱਠੇ ਗਰੁੱਪਸ ਵਿੱਚ ਕੰਮ ਕਰ ਸਕਣ ਐਫੀਸ਼ੈਂਟਲੀ ਮੀਨ ਮਿਨੀਮਮ ਕੋਸਟ ਦੇ ਨਾਲ ਟੂ ਅਕੰਪਲਿਸ਼ ਪਰਟੀਕੂਲਰ ਏਮ। ਜੋ ਵੀ ਸਾਡਾ ਪਰਟੀਕੂਲਰ ਕਿਸੇ ਕੰਪਨੀ ਦਾ ਕਿਸੇ ਬਿਜ਼ਨਸ ਦਾ ਏਮ ਹੈ ਉਹਨੂੰ ਅਚੀਵ ਕਰਨ ਦੇ ਲਈ ਸਾਰੇ ਗਰੁੱਪਸ ਵਿੱਚ ਕੰਮ ਕਰਨ। ਜਦੋਂ ਤੁਸੀਂ ਇੱਕ ਮੈਨੇਜਮੈਂਟ ਸੋਚਣਾ ਹੈ ਇਹਨੂੰ ਇੱਕ ਬਿਜ਼ਨਸ ਓਰੀਐਂਟਡ ਵੇ ਦੇ ਨਾਲ ਸੋਚਣਾ ਹੈ। ਤੁਸੀਂ ਮੈਨੇਜਮੈਂਟ ਪੂਰੀ ਪੜ੍ਹਨੀ ਹੈ ਬਿਜ਼ਨਸ ਓਰੀਐਂਟਡ ਵੇ ਦੇ ਨਾਲ ਪੜ੍ਹਨੀ ਹੈ। ਨੈਕਸਟ ਹੈ ਕਰੈਕਟਰਿਸਟਿਕਸ ਕੀ ਹੈ ਜਾਂ ਨੇਚਰ ਕੀ ਹੈ, ਮੈਨੇਜਮੈਂਟ ਹੁੰਦੀ ਕਿੱਦਾਂ ਦੀ ਹੈ। ਮੈਨੇਜਮੈਂਟ ਹਮੇਸ਼ਾ ਗੋਲ ਓਰੀਐਂਟਡ ਹੁੰਦੀ ਹੈ, ਕਿਸੇ ਗੋਲ ਨੂੰ ਅਚੀਵ ਕਰਨ ਵਾਸਤੇ ਹੁੰਦੀ ਹੈ। ਇੰਟੀਗ੍ਰੇਟਸ ਹਿਊਮਨ ਫਿਜ਼ੀਕਲ ਐਂਡ ਫਾਈਨੈਂਸ਼ੀਅਲ ਰਿਸੋਰਸਿਸ। ਹਿਊਮਨ ਹੋ ਗਿਆ ਇੰਪਲੋਇਰਸ, ਫਿਜ਼ੀਕਲ ਹੋ ਗਿਆ ਮਸ਼ੀਨਸ, ਫਾਈਨੈਂਸ਼ੀਅਲ ਜੋ ਮਨੀ ਇਨਵੈਸਟ ਕਰਨੀ ਹੈ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਇੰਟੀਗ੍ਰੇਟਸ ਕਰਕੇ ਹੀ ਆਪਾਂ ਇਨਪੁਟ ਦੇਵਾਂਗੇ। ਕੰਟੀਨਿਊਸ ਪ੍ਰੋਸੈਸ ਹੈ, ਇੱਕ ਕੰਮ ਖਤਮ ਹੋਇਆ ਤਾਂ ਨੈਕਸਟ ਕੰਮ ਸਟਾਰਟ ਹੋ ਜਾਏਗਾ। ਮੈਨੇਜਮੈਂਟ ਇਜ਼ ਆਲ ਪਰਵੇਸਿਵ ਮੀਨ ਪੋਲੀਟੀਕਲ, ਕਲਚਰਲ, ਸੋਸ਼ਲ ਜਾਂ ਬਿਜ਼ਨਸ ਵਿੱਚ ਵੀ ਇਹਦੀ ਜ਼ਰੂਰਤ ਹੈਗੀ ਹੈ ਮੈਨੇਜਮੈਂਟ ਦੀ। ਗਰੁੱਪ ਐਕਟੀਵਿਟੀ ਹੈ, ਸਾਰੇ ਗਰੁੱਪ ਵਿੱਚ ਐਫਰਟਸ ਕਰਦੇ ਆ। ਐਗਜ਼ਿਸਟੈਂਸ ਆਫ ਆਬਜੈਕਟਿਵਸ, ਕਿਸੇ ਨਾ ਕਿਸੇ ਆਬਜੈਕਟਿਵ ਦਾ ਇਹ 'ਚ ਹੋਣਾ ਬਹੁਤ ਜ਼ਰੂਰੀ ਹੈ। ਡਿਸੀਜ਼ਨ ਮੇਕਿੰਗ ਹੈ, ਇੱਕ ਡਿਸੀਜ਼ਨ ਮੇਕਿੰਗ ਵੀ ਇਹਨੂੰ ਮੰਨਿਆ ਜਾਂਦਾ ਹੈ। ਨੈਕਸਟ ਹੈ ਰਿਲੇਸ਼ਨਸ਼ਿਪ ਅਮੰਗ ਰਿਸੋਰਸਿਸ। ਇਹਦੇ ਸਾਰੇ ਰਿਸੋਰਸਿਸ ਦੇ ਨਾਲ ਇਹਦਾ ਰਿਲੇਸ਼ਨਸ਼ਿਪ ਹੋਣਾ ਚਾਹੀਦਾ, ਇੱਕ ਦੂਜੇ ਦਾ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ। ਲਾਈਕ 4M ਹੈ ਸਾਡੇ 4M ਹੈ ਮੈਨ, ਮਨੀ, ਮਸ਼ੀਨਰੀ, ਮਟੀਰੀਅਲ। ਇਹਦਾ ਸਾਰਿਆਂ ਦਾ ਆਪਸ ਰਿਲੇਸ਼ਨਸ਼ਿਪ ਬਹੁਤ ਜ਼ਰੂਰੀ ਹੈ। ਵਰਕਿੰਗ ਵਿਦ ਐਂਡ ਥਰੂ ਪੀਪਲ, ਲੋਕਾਂ ਕੋਲੋਂ ਕੰਮ ਲੈਣਾ, ਲੋਕਾਂ ਦੇ ਨਾਲ ਕੰਮ ਲੈਣਾ। ਮਲਟੀ ਡਿਸਿਪਲਿਨ ਵਿੱਚ ਹਰ ਤਰ੍ਹਾਂ ਦਾ ਡਿਸਿਪਲਿਨ ਆ ਜਾਂਦਾ ਹੈ। ਕਿਸੇ ਆਰਗੇਨਾਈਜੇਸ਼ਨ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹਦੇ ਵਿੱਚ HR ਡਿਪਾਰਟਮੈਂਟ ਵੀ ਆਏਗਾ, ਕੁਆਲਿਟੀ ਡਿਪਾਰਟਮੈਂਟ ਵੀ ਆਏਗਾ, ਅਕਾਊਂਟਸ ਡਿਪਾਰਟਮੈਂਟ ਵੀ ਆਏਗਾ, ਹੋਰ ਬੜੇ ਡਿਪਾਰਟਮੈਂਟ ਆ ਜਾਣਗੇ। ਇਸ ਡਾਇਨਾਮਿਕ ਮੀਨਸ ਇਹ ਅਕੋਰਡਿੰਗ ਟੂ ਨੀਡ ਆਪਣੇ ਆਪ ਨੂੰ ਚੇਂਜ ਕਰਦੀ ਹੈ। ਮੈਨੇਜਮੈਂਟ ਕਿਸ ਤਰ੍ਹਾਂ ਦੀ ਨੀਡ ਹੈ ਉਸੇ ਤਰ੍ਹਾਂ ਦੀ ਮੈਨੇਜਮੈਂਟ ਉੱਥੇ ਹੋ ਜਾਏਗੀ। ਰਿਲੇਟਿਵ ਨੋਟ ਐਬਸੋਲੂਟ। ਇਹਦੇ ਜਿਹੜੇ ਪ੍ਰਿੰਸੀਪਲਸ ਨੇ ਅਕੋਰਡਿੰਗ ਟੂ ਨੀਡ ਹੀ ਇੱਥੇ ਅਪਲਾਈ ਹੁੰਦੇ ਨੇ। ਮੈਨੇਜਮੈਂਟ ਸਾਇੰਸ ਵੀ ਹੈ, ਇੱਕ ਆਰਟ ਵੀ ਹੈ। ਇਹਨੂੰ ਐਜ਼ ਏ ਪ੍ਰੋਫੈਸ਼ਨ ਵੀ ਮਿਲਿਆ ਜਾਂਦਾ ਹੈ। ਯੂਨੀਵਰਸਲ ਮੀਨਸ ਇਹਦੇ ਜਿਹੜੇ ਪ੍ਰਿੰਸੀਪਲਸ ਨੇ, ਇਹਦੇ ਜਿਹੜੇ ਨੇਚਰ ਹੈ, ਇਹਦੇ ਓਬਜੈਕਟਿਵ ਹੈ, ਹਰ ਆਰਗੇਨਾਈਜੇਸ਼ਨ ਵਿੱਚ ਸੇਮ ਹੀ ਅਪਲਾਈ ਹੁੰਦੇ ਨੇ। ਨੈਕਸਟ ਕੀ ਹੈ ਮੈਨੇਜਮੈਂਟ ਆਰਟ। ਮੈਨੇਜਮੈਂਟ ਨੂੰ ਆਰਟ ਵੀ ਕਿਹਾ ਜਾਂਦਾ, ਕਿੱਦਾਂ ਕਿਹਾ ਜਾਂਦਾ? ਪਰਸਨਲ ਸਕਿੱਲਸ। ਇਹਦੇ ਵਿੱਚ ਪਰਸਨਲ ਨਾਓ ਹਾਊ ਲੱਗਦੀ ਹੈ। ਨਾਓ ਵਨ ਵੇ ਟੂ ਮੈਨੇਜ ਹਿਜ਼ ਹਰ ਸਕਿੱਲਸ। ਇੱਕ ਤਰ੍ਹਾਂ ਦਾ ਹਰ ਆਪਣੇ ਇੰਡੀਵਿਜੂਅਲ ਪਰਸਨ ਦਾ ਆਪਣਾ ਐਕਸਪੀਰੀਅੰਸ, ਆਪਣੀ ਪਰਸਨੈਲਿਟੀ, ਆਪਣੀ ਸਕਿੱਲ ਹੈ ਉਹਦੇ ਵਿੱਚ ਯੂਜ਼ ਕਰੇਗਾ। ਪ੍ਰੈਕਟੀਕਲ ਨਾਓ ਹਾਊ, ਕੰਮ ਕਿੱਦਾਂ ਕਰਨਾ ਹੈ। ਪ੍ਰੈਕਟੀਕਲ ਤੁਸੀਂ ਥਿਊਰੀ ਤਾਂ ਪੜ੍ਹਦੇ ਹੋ, ਪ੍ਰੈਕਟੀਕਲੀ ਕਿੱਦਾਂ ਉਹਨੂੰ ਅਪਲਾਈ ਕਰਨਾ। ਐਪਲੀਕੇਸ਼ਨ ਆਫ ਨੌਲੇਜ, ਪੂਰੀ ਆਪਣੀ ਤੁਸੀਂ ਨੌਲੇਜ ਕਿੱਦਾਂ ਲਗਾਉਣੀ ਹੈ। ਰਿਜ਼ਲਟ ਓਰੀਐਂਟੇਸ਼ਨ, ਇਹਦਾ ਕੋਈ ਨਾ ਕੋਈ ਰਿਜ਼ਲਟ ਨਿਕਲੇਗਾ। ਕ੍ਰੀਏਟੀਵਿਟੀ ਹੁੰਦੀ ਹੈ ਇੰਟੈਲੀਜੈਂਸ ਔਰ ਇਮੈਜੀਨੇਸ਼ਨ ਦੇ ਕੰਬੀਨੇਸ਼ਨ ਨੂੰ ਆਪਾਂ ਕਹਿੰਦੇ ਹਾਂ ਕ੍ਰੀਏਟੀਵਿਟੀ। ਔਰ ਮੈਨੇਜਮੈਂਟ ਐਜ਼ ਐਨ ਆਰਟ ਕੀ ਹੈ ਕਿ ਕ੍ਰੀਏਟੀਵਿਟੀ ਹੈ। ਕੌਨਸਟੈਂਟ ਪ੍ਰੈਕਟਿਸ ਐਂਡ ਏਮ ਐਟ ਪਰਫੈਕਸ਼ਨ। ਕਹਿੰਦੇ ਆ ਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਬਸ ਉਹੀ ਇੱਥੇ ਫੈਕਟਰ ਅਪਲਾਈ ਹੋਇਆ ਹੈ। ਨੈਕਸਟ ਹੈ ਮੈਨੇਜਮੈਂਟ ਐਜ਼ ਏ ਸਾਇੰਸ। ਮੈਨੇਜਮੈਂਟ ਸਾਇੰਸ ਕੀ ਹੈ? ਸਿਸਟਮਾਈਜ਼ ਬੋਡੀ ਆਫ ਨੌਲੇਜ। ਮਤਲਬ ਹੈ ਕਾਜ਼ ਐਂਡ ਇਫੈਕਟ ਦੱਸਦੀ ਹੈ। ਜਿੱਦਾਂ ਸਾਇੰਸ ਕਾਜ਼ ਐਂਡ ਇਫੈਕਟ ਦੱਸਦੀ ਹੈ, ਮੈਨੇਜਮੈਂਟ ਵੀ ਕਾਜ਼ ਇਫੈਕਟ ਦੱਸਦੀ ਹੈ, ਕਿੱਥੋਂ ਕੀ ਕੰਮ ਹੋਇਆ ਉਹਦਾ ਰਿਜ਼ਲਟ ਕੀ ਆਵੇਗਾ। ਅੰਡਰਲਾਈਨ ਪ੍ਰਿੰਸੀਪਲਸ ਐਂਡ ਥਿਊਰੀਜ਼ ਡਿਵੈਲਪਡ ਥਰੂ ਕੰਟੀਨਿਊਸ ਆਬਜ਼ਰਵੇਸ਼ਨ, ਇਨਕੁਆਇਰੀ, ਐਕਸਪੈਰੀਮੈਂਟੇਸ਼ਨ ਐਂਡ ਰਿਸਰਚ। ਜਿੱਦਾਂ ਇੱਕ ਸਾਇੰਸ ਦੇ ਵਿੱਚ ਓਬਜ਼ਰਵ ਹੁੰਦਾ ਸਾਰਾ ਕੁਛ, ਇਨਕੁਆਇਰੀ ਹੁੰਦੀ ਹੈ, ਉਹਦਾ ਐਕਸਪੈਰੀਮੈਂਟ ਕਰਦੇ ਆ, ਉਹਦੀ ਰਿਸਰਚ ਹੁੰਦੀ ਹੈ ਸਾਇੰਸ ਵਿੱਚ। ਸੇਮ ਮੈਨੇਜਮੈਂਟ ਵਿੱਚ ਵੀ ਇਹ ਚੀਜ਼ਾਂ ਅਪਲਾਈ ਹੁੰਦੀਆਂ ਕਿਸੇ ਬਿਜ਼ਨਸ ਆਰਗੇਨਾਈਜੇਸ਼ਨ ਵਿੱਚ। ਯੂਨੀਵਰਸ ਟਰੂਥ ਐਂਡ ਐਪਲੀਕੇਬਿਲਿਟੀ। ਯੂਨੀਵਰਸਲ ਲਾ ਜਿੱਦਾਂ ਸਾਇੰਸ ਵਿੱਚ ਕੰਮ ਕਰਦੇ ਆ, ਮੈਨੇਜਮੈਂਟ ਵਿੱਚ ਕੰਮ ਕਰਦੇ ਆ। ਜਿੱਦਾਂ ਮਤਲਬ ਜਿੰਨਾ ਪੈਸਾ ਘੱਟ ਲਗਾਓਗੇ, ਜਿੰਨੇ ਮਟੀਰੀਅਲ ਘੱਟ ਲਾਓਗੇ, ਆਪਣੀ ਪਰਫੈਕਸ਼ਨ ਦਿਖਾਓਗੇ, ਉਨੀ ਇਨਕਮ ਜ਼ਿਆਦਾ ਹੋਵੇਗੀ।
ਨੈਕਸਟ ਹੈ ਆਰਗੇਨਾਈਜ਼ ਬੋਡੀ ਆਫ ਨੌਲੇਜ ਕੈਨ ਬੀ ਟੌਟ ਐਂਡ ਲਰਨਡ ਇਨ ਕਲਾਸਰੂਮ ਐਂਡ ਆਊਟਸਾਈਡ। ਜਿੱਦਾਂ ਸਾਇੰਸ ਪੜ੍ਹਾਈ ਜਾਂਦੀ ਹੈ ਕਲਾਸਿਸ ਵਿੱਚ, ਆਰਗੇਨਾਈਜ਼ ਵੇ ਨਾਲ ਉਸੇ ਤਰ੍ਹਾਂ ਮੈਨੇਜਮੈਂਟ ਵੀ ਪੜ੍ਹਾਈ ਜਾਂਦੀ ਹੈ। ਮੈਨੇਜਮੈਂਟ ਇਜ਼ ਅ ਸੋਸ਼ਲ ਸਾਇੰਸ, ਇਟ ਕੰਟੇਨਸ ਆਲ ਦ ਐਸੈਂਸ਼ੀਅਲਸ ਆਫ ਸਾਇੰਸ, ਇਟ ਇਨ ਐਗਜ਼ੈਕਟ ਸਾਇੰਸ। ਜਿੱਦਾਂ ਸੋਸ਼ਲ ਸਾਇੰਸ ਹੈ ਉਸੇ ਤਰ੍ਹਾਂ ਮੈਨੇਜਮੈਂਟ ਵੀ ਲਈ ਗਈ ਹੋਈ ਹੈ। PRT CPM ਕੋਸਟ ਅਕਾਊਂਟ ਫਾਈਨਾਂਸ MBO, ਜਿਸ ਤਰ੍ਹਾਂ ਸਾਇੰਸ ਦੇ ਵਿੱਚ ਤੁਹਾਡੇ ਪੂਰੇ ਉਹ ਲੱਗਦੇ ਨੇ ਫਾਰਮੂਲਾਜ਼ ਵਗੈਰਾ ਲੱਗਦੇ ਨੇ, ਉਸੇ ਤਰ੍ਹਾਂ ਇਹਦੇ ਵਿੱਚ ਵੀ ਯੂਜ਼ਫੁਲ ਹੁੰਦੇ ਨੇ ਫਾਰਮੂਲਾਜ਼ ਮੈਨੇਜਮੈਂਟ ਦੇ ਵਿੱਚ। ਨੈਕਸਟ ਹੈ ਲੈਵਲਸ ਕੀ ਹੈ ਮੈਨੇਜਮੈਂਟ ਦੇ। ਇੱਕ ਹੈ ਟੌਪ ਲੈਵਲ ਮੈਨੇਜਮੈਂਟ, ਟੌਪ ਲੈਵਲ ਮੈਨੇਜਮੈਂਟ, ਮਿਡਲ ਲੈਵਲ ਮੈਨੇਜਮੈਂਟ ਐਂਡ ਲੋਅਰ ਲੈਵਲ ਮੈਨੇਜਮੈਂਟ। ਸੋ ਫਸਟ ਅਸੀਂ ਪੜ੍ਹਾਂਗੇ ਟੌਪ ਲੈਵਲ ਮੈਨੇਜਮੈਂਟ। ਟੌਪ ਲੈਵਲ 'ਚ ਕੀ ਆ ਜਾਏਗਾ, ਬੋਰਡ ਆਫ ਡਾਇਰੈਕਟਰਸ, MD, ਓਨਰਸ, ਚੀਫ ਐਗਜ਼ੈਕਟਿਵਸ। ਇਹਨਾਂ ਦਾ ਕੰਮ ਕੀ ਹੁੰਦਾ ਹੈ, ਟੂ ਐਨਾਲਿਸਿਸ। ਇੱਕ ਐਕਸਟਰਨਲ ਮੈਨੇਜਮੈਂਟ ਹੋ ਗਈ। ਇੰਟਰਨਲ ਮੈਨੇਜਮੈਂਟ ਵਿੱਚ ਕੀ ਆ ਜਾਏਗਾ ਕਿ ਤੁਸੀਂ ਅੰਦਰ ਇੰਪਲੋਇਜ਼ ਦਾ ਕਿੱਦਾਂ ਮੈਨੇਜ ਕਰਨਾ। ਐਕਸਟਰਨਲ ਵਿੱਚ ਆ ਜਾਏਗਾ ਬਾਹਰ ਗਵਰਨਮੈਂਟ ਨਾਲ, ਇਕੋਨਮੀ ਨਾਲ, ਸਭ ਨਾਲ ਡੀਲ ਕਿੱਦਾਂ ਕਰਨਾ ਹੈ। ਬਾਹਰਲੀ ਐਨਵਾਇਰਨਮੈਂਟ ਫੋਰਸਿਸ ਨਾਲ ਕਿੱਦਾਂ ਡੀਲ ਕਰੇਗਾ, ਉਹ ਕੌਣ ਕਰਦਾ, ਸਾਡਾ ਟੌਪ ਲੈਵਲ ਮੈਨੇਜਮੈਂਟ। ਨੈਕਸਟ ਹੈ ਟੂ ਇਸਟੈਬਲਿਸ਼ ਓਵਰਆਲ ਲੌਂਗ ਟਰਮ ਗੋਲਸ ਐਂਡ ਬ੍ਰੌਡ ਪਾਲਿਸੀਜ਼ ਆਫ ਦ ਕੰਪਨੀ ਇੰਕਲੂਡਿੰਗ ਦਾ ਮਾਸਟਰ ਬਜਟ। ਬ੍ਰੌਡ ਲੈਵਲ ਦੇ ਜੋ ਗੋਲਸ ਨੇ, ਕਿੱਥੇ ਸਾਡਾ ਮਾਸਟਰ ਬਜਟ ਕੀ ਹੈ, ਸਾਡੇ ਪੈਸਾ ਕਿੱਥੇ ਜ਼ਿਆਦਾ ਖਰਚ ਹੋਏਗਾ, ਉਹ ਕੌਣ ਡਿਟਰਮਿਨ ਕਰਦਾ, ਟੌਪ ਲੈਵਲ ਮੈਨੇਜਮੈਂਟ। ਟੂ ਪੁਆਇੰਟ ਡਿਪਾਰਟਮੈਂਟ ਨੇ ਅਦਰ ਕੀ ਐਗਜ਼ੈਕਟਿਵਸ, ਜੋ ਸਾਡੇ ਮੇਨ ਪਰਸੋਨਲਸ ਨੇ, ਉਹ ਕੌਣ ਅਪਾਇੰਟਮੈਂਟ ਕਰਦਾ, ਟੌਪ ਲੈਵਲ ਮੈਨੇਜਮੈਂਟ ਹੀ ਕਰਦੀ ਹੈ। ਟੂ ਰਿਪਰੈਜ਼ੈਂਟ ਦ ਕੰਪਨੀ ਟੂ ਆਊਟਸਾਈਡ ਵਰਲਡ, ਆਪਣੀ ਕੰਪਨੀ ਨੂੰ ਕਿੱਦਾਂ ਬਾਹਰਲੇ ਵਰਲਡ ਨੂੰ ਰਿਪਰੈਜ਼ੈਂਟ ਕਰਨਾ, ਲਾਈਕ ਮਾਰਕੀਟਿੰਗ ਕਿੱਦਾਂ ਕਰਨੀ ਹੈ, ਮਤਲਬ ਟੂਰ ਵਗੈਰਾ ਲੱਗਦੇ ਆ ਨਾ, ਆਪਣੇ ਕਿੱਦਾਂ ਮਾਰਕੀਟਿੰਗ ਕਰਦੇ ਆ, ਉਹ ਸਾਰਾ ਇਹਦੇ ਵਿੱਚ ਇੰਕਲੂਡ ਹੈ। ਟੂ ਕੋਆਰਡੀਨੇਟ ਦ ਐਕਟੀਵਿਟੀਜ਼ ਐਂਡ ਐਫਰਟਸ ਆਫ ਡਿਫਰੈਂਟ ਡਿਪਾਰਟਮੈਂਟ, ਵੱਖਰੇ ਵੱਖਰੇ ਤਰ੍ਹਾਂ ਦੇ ਡਿਪਾਰਟਮੈਂਟ ਹੁੰਦੇ ਕਿਸੇ ਵੀ ਬਿਜ਼ਨਸ ਵਿੱਚ, ਉਹਨਾਂ ਨੂੰ ਕੋਆਰਡੀਨੇਟ ਕਿੱਦਾਂ ਕਰਨਾ ਹੈ, ਉਹਨਾਂ 'ਚ ਐਫਰਟ ਕਿੱਦਾਂ ਲਗਾਉਣਾ ਹੈ। ਨੈਕਸਟ ਹੈ ਮਿਡਲ ਲੈਵਲ ਮੈਨੇਜਮੈਂਟ। ਮਿਡਲ ਲੈਵਲ 'ਚ ਕੀ ਆ ਜਾਂਦਾ, ਸੇਲ ਐਗਜ਼ੈਕਟਿਵਸ, ਪ੍ਰੋਡਕਸ਼ਨ ਐਗਜ਼ੈਕਟਿਵਸ, ਸੇਲ ਐਗਜ਼ੈਕਟਿਵ ਐਂਡ ਪ੍ਰੋਡਕਸ਼ਨ ਐਗਜ਼ੈਕਟਿਵ। ਇਹ 'ਚ ਕੀ ਹੈ, ਟੂ ਇੰਟਰਪ੍ਰੀਟ ਐਂਡ ਐਕਸਪਲੇਨ ਦਾ ਪੋਲਿਸੀਜ਼ ਫਰੇਮ ਬਾਏ ਟੌਪ ਮੈਨੇਜਮੈਂਟ। ਟੌਪ ਮੈਨੇਜਮੈਂਟ ਨੇ ਉਹਨਾਂ ਨੂੰ ਕੀ ਕੰਮ ਦਿੱਤਾ, ਕਿਹੜੀਆਂ ਪੋਲਿਸੀਜ਼ ਦਸੀਆਂ, ਉਹ ਅੱਗੋਂ ਐਕਸਪਲੇਨ ਕਰਦੇ ਆ ਲੋਅਰ ਲੈਵਲ ਮੈਨੇਜਮੈਂਟ ਨੂੰ। ਟੂ ਕੰਪਾਈਲ ਐਂਡ ਇਸ਼ੂ ਡਿਟੇਲ ਇੰਸਟਰਕਸ਼ਨ ਰਿਗਾਰਡਿੰਗ ਆਪਰੇਸ਼ਨਸ, ਕਿਹੜਾ ਕੰਮ ਹੋਏਗਾ, ਕਿੱਥੇ ਕੰਮ ਹੋਏਗਾ, ਇਹ ਵੀ ਮਿਡਲ ਲੈਵਲ ਦੱਸੇਗੀ। ਟੂ ਕੋਆਪਰੇਟ ਅਮੰਗ ਦੈਮਸੈਲਵਸ ਐਜ਼ ਦ ਇੰਟੀਗ੍ਰੇਟ ਵੇਰੀਅਸ ਪਾਰਟ ਆਫ ਡਿਵੀਜ਼ਨ ਆਫ ਏ ਡਿਪਾਰਟਮੈਂਟ। ਅੱਗੋਂ ਜਿਹੜੀ ਡਿਵੀਜ਼ਨ ਡਿਪਾਰਟਮੈਂਟਸ ਦੀ ਹੁੰਦੀ ਹੈ, ਉਹ ਸਾਰਿਆਂ ਨਾਲ ਅੱਗੇ ਲੋਕਾਂ ਨਾਲ ਕੋਆਪਰੇਟ ਕਰਦੀ ਹੈ। ਟੂ ਮੋਟੀਵੇਟ ਸੁਪਰਵਾਈਜ਼ਰੀ ਪਰਸੋਨਲ ਟੂ ਵਰਕ ਫॉर ਆਰਗੇਨਾਈਜੇਸ਼ਨ ਗੋਲ। ਸੁਪਰਵਾਈਜ਼ਰ ਪਰਸੋਨਲਸ ਜੋ ਅੱਗੇ ਸੁਪਰਵਾਈਜ਼ਰ ਰੱਖੇ ਹੋਏ ਉਹਨਾਂ ਨੂੰ ਮੋਟੀਵੇਟ ਕਰੇਗੀ ਆਰਗੇਨਾਈਜੇਸ਼ਨਸ ਦੇ ਗੋਲ ਨੂੰ ਅਚੀਵ ਕਰਨ ਲਈ। ਟੂ ਡਿਵੈਲਪ ਐਂਡ ਟ੍ਰੇਨ ਸੁਪਰਵਾਈਜ਼ਰ ਐਂਡ ਆਪਰੇਸ਼ਨ ਪਰਸੋਨਲ, ਅੱਗੋਂ ਜਿਹੜੇ ਡਿਵੈਲਪ ਕਰਨਾ ਟ੍ਰੇਨ ਦੇ ਨੇ ਨੈਕਸਟ ਆਪਣੇ EMPLOYEES ਨੂੰ। ਨੈਕਸਟ ਸਾਡਾ ਲੋਅਰ ਲੈਵਲ ਮੈਨੇਜਮੈਂਟ, ਉਹਦੇ ਵਿੱਚ ਕੀ ਆ ਜਾਏਗਾ, ਸੁਪਰੀਡੈਂਟਸ, ਬ੍ਰਾਂਚ ਮੈਨੇਜਰਸ, ਜਨਰਲ ਫੋਰਮੈਨ। ਇਹਨਾਂ ਦਾ ਕੰਮ ਕੀ ਹੁੰਦਾ ਹੈ, ਟੂ ਪਲਾਨ ਡੇ ਟੂ ਡੇ ਪ੍ਰੋਡਕਸ਼ਨ ਵਿਦਿਨ ਦਾ ਗੋਲਸ ਲੇਡ ਔਨ ਬਾਈ ਹਾਇਰ ਅਥਾਰਟੀ। ਜੋ ਹਾਇਰ ਅਥਾਰਟੀ ਇਹਨਾਂ ਦੇ ਉੱਪਰ ਮਿਡਲ ਲੈਵਲ ਮੈਨੇਜਮੈਂਟ ਐਂਡ ਟੌਪ ਲੈਵਲ ਮੈਨੇਜਮੈਂਟ ਹੈ। ਡੇ ਟੂ ਡੇ ਉਹਨਾਂ ਨੂੰ ਦੱਸਣਾ ਸੀ ਕੀ ਕੰਮ ਕੀਤਾ, ਕਿਹੜੇ ਗੋਲ ਅਚੀਵ ਕੀਤੇ ਹੈ। ਟੂ ਅਸਾਈਨ ਜੋਬਸ ਟੂ ਵਰਕਰਸ, ਜੋ ਉਹਨਾਂ ਦੇ ਨੀਚੇ ਲੇਬਰ ਕੰਮ ਕਰ ਰਹੀ ਹੋਵੇਗੀ ਉਹਨਾਂ ਨੂੰ ਕੰਮ ਦੇਣਾ, ਅਰੇਂਜਮੈਂਟਸ ਕਰਨੀਆਂ ਉਹਨਾਂ ਦੀ ਟ੍ਰੇਨਿੰਗ ਲਈ, ਡਿਵੈਲਪਮੈਂਟ ਲਈ, ਸਾਰਾ ਕੌਣ ਕਰਦਾ, ਟੌਪ ਲੈਵਲ ਲੋਅਰ ਲੈਵਲ ਮੈਨੇਜਮੈਂਟ। ਨੈਕਸਟ ਹੈ ਟੂ ਸੁਪਰਵਾਈਜ਼ ਐਂਡ ਕੰਟਰੋਲ ਵਰਕਰਸ ਐਂਡ ਟੂ ਮੇਨਟੇਨ ਪਰਸਨਲ ਕੰਟੈਕਟ ਵਿਦ ਦੈਮ। ਵਰਕਰਸ ਨੂੰ ਸੁਪਰਵਾਈਜ਼ ਕਰਨਾ, ਪ੍ਰੋਪਰ ਕੰਟਰੋਲ ਕਰਨਾ ਔਰ ਉਹਨਾਂ ਨਾਲ ਆਪਣਾ ਕੰਟੈਕਟ ਬਣਾਈ ਰੱਖਣਾ। ਨੈਕਸਟ ਹੈ ਆਬਜੈਕਟਿਵਸ ਕੀ ਹੈ ਮੈਨੇਜਮੈਂਟ ਦੇ, ਗੈਟਿੰਗ ਮੈਕਸਿਮਮ ਰਿਜ਼ਲਟਸ ਵਿਦਿਨ ਮਿਨੀਮਮ ਐਫਰਟਸ। ਨੈਕਸਟ ਹੈ ਆਬਜੈਕਟਿਵ ਕੀ ਹੈ ਸਾਡੇ ਮੈਨੇਜਮੈਂਟ ਦੇ, ਗੈਟਿੰਗ ਮੈਕਸਿਮਮ ਰਿਜ਼ਲਟਸ ਵਿਦ ਮਿਨੀਮਮ ਐਫਰਟਸ। ਮਿਨੀਮਮ ਐਫਰਟਸ ਨਾਲ ਜ਼ਿਆਦਾ ਤੋਂ ਜ਼ਿਆਦਾ ਰਿਜ਼ਲਟ ਮਿਲ ਸਕੇ, ਲੇਬਰ ਘੱਟ ਲੱਗੇ, ਸਾਡਾ ਪੈਸਾ ਘੱਟ ਲੱਗੇ ਬਟ ਸਾਨੂੰ ਪ੍ਰੋਫਿਟ ਜ਼ਿਆਦਾ ਹੋ ਸਕੇ। ਇੰਕਰੀਜ਼ਿੰਗ ਦਾ ਐਫੀਸ਼ੀਐਂਸੀ ਆਫ ਫੈਕਟਰ ਆਫ ਪ੍ਰੋਡਕਸ਼ਨ, ਘੱਟ ਮਿਨੀਮਮ ਕੋਸਟ ਲੱਗੇ ਸਾਡੇ ਫੈਕਟਰ ਆਫ ਪ੍ਰੋਡਕਸ਼ਨ ਦੀ, ਉਹਦੀ ਐਫੀਸ਼ੀਐਂਸੀ ਇੰਕਰੀਜ਼ ਹੋ ਸਕੇ। ਮੈਕਸਿਮਮ ਪ੍ਰੋਸਪੈਰਿਟੀ ਫॉर ਐਮਪਲੋਇਜ਼ ਦੀ ਪ੍ਰੋਸਪੈਰਿਟੀ ਹੋਏ, ਉਹਨਾਂ ਨੂੰ ਵੱਧ ਤੋਂ ਵੱਧ ਫੈਸਿਲਿਟੀਜ਼ ਮਿਲਣ, ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਰੈਮੂਨਰੇਸ਼ਨ ਦੇ ਸਕੀਏ, ਮੀਨਸ ਉਹਨਾਂ ਨੂੰ ਇਨਸੈਂਟਿਵ ਦੇ ਸਕੀਏ, ਬੋਨਸ ਦੇ ਸਕੀਏ। ਹਿਊਮਨ ਬੈਟਰਮੈਂਟ, ਸੋਸ਼ਲ ਜਸਟਿਸ, ਸੋਸਾਇਟੀ ਦੇ ਨਾਲ ਵੀ ਸਾਡੇ ਕੋਆਪਰੇਸ਼ਨ ਚੱਲਦਾ ਰਹੇ। ਇਟ ਹੈਲਪਸ ਇਨ ਅਚੀਵਿੰਗ ਗਰੁੱਪ ਗੋਲਸ ਨੂੰ ਅਚੀਵ ਕਰਨ ਵਾਸਤੇ। ਆਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸਿਸ, ਸਾਡੇ ਰਿਸੋਰਸਿਸ ਦੇ ਮੈਨ, ਮਨੀ, ਮਸ਼ੀਨਰੀ, ਮਟੀਰੀਅਲ, ਇਹਨਾਂ ਦਾ ਆਪਟੀਮਮ ਵੱਧ ਤੋਂ ਵੱਧ ਯੂਜ਼ ਹੋ ਸਕੇ, ਕੋਸਟ ਸਾਡੀ ਘੱਟ ਹੋ ਸਕੇ। ਸਾਊਂਡ ਆਰਗੇਨਾਈਜੇਸ਼ਨ, ਬੈਟਰ ਆਰਗੇਨਾਈਜੇਸ਼ਨ ਸਾਡੀ ਬਣ ਸਕੇ। ਇਕੁਇਲਿਬਰੀਅਮ ਰਹੇ ਹਰ ਤਰ੍ਹਾਂ ਦਾ ਸਾਰੇ ਡਿਪਾਰਟਮੈਂਟਸ ਵਿੱਚ। ਐਸੈਂਸ਼ੀਅਲਸ ਫॉर ਪ੍ਰੋਸਪੈਰਿਟੀ ਆਫ ਸੁਸਾਇਟੀ ਦੀ ਕੰਟਰੀਬਿਊਸ਼ਨ ਲਈ ਵੀ ਆਪਣਾ ਐਫਰਟ ਕਰੇ ਇੱਕ ਮੈਨੇਜਮੈਂਟ। ਨੈਕਸਟ ਹੈ ਕਲਾਸੀਫਿਕੇਸ਼ਨ ਆਫ ਮੈਨੇਜਮੈਂਟ ਫੰਕਸ਼ਨ। ਮੈਨੇਜਮੈਂਟ ਦੇ ਕੋਈ ਫੰਕਸ਼ਨ ਆ ਜਾਂਦੇ, ਉਹਦੀ ਕਲਾਸੀਫਿਕੇਸ਼ਨ ਕਰਾਂਗੇ ਕਿੱਦਾਂ ਹੁੰਦੀ ਹੈ। ਫਸਟ ਹੈ ਪਲੈਨਿੰਗ। ਮੈਨੇਜਮੈਂਟ ਕਿਸੇ ਵੀ ਆਰਗੇਨਾਈਜੇਸ਼ਨ ਚਲਾਉਣ ਦੇ ਲਈ ਮੈਨੇਜਮੈਂਟ ਰੋਲ ਕਿੱਦਾਂ ਪਲੇ ਕਰਦੀ ਹੈ, ਪਲੈਨਿੰਗ ਕਰਦੀ ਹੈ, ਇੱਕ ਆਰਗੇਨਾਈਜ਼ ਵੇ ਨਾਲ ਪਲੈਨਿੰਗ ਕਰਦੀ ਹੈ ਪ੍ਰੋਪਰ ਚੀਜ਼ਾਂ ਦੀ। ਪਲੈਨਿੰਗ ਵਿੱਚ ਆਏਗਾ
ਵਟ ਟੂ ਬੀ ਡਨ ਕੀ ਕਰਨਾ ਹੈ, ਵਾਈ ਟੂ ਬੀ ਡਨ ਕਿਉਂ ਕਰਨਾ ਹੈ, ਕਿੱਦਾਂ ਕੀਤਾ ਜਾਏ, ਹੂ ਵਿਲ ਡੂ ਕੌਣ ਕਰੇਗਾ, ਵੈਨ ਕਦੋਂ ਕਰਨਾ ਹੈ, ਐਂਡ ਕਿੱਥੇ ਕਰਨਾ ਹੈ। ਸਾਡਾ ਕੀ ਕਰਦੇ ਸਾਰਾ ਪਲੈਨਿੰਗ। ਨੈਕਸਟ ਹੈ ਆਰਗੇਨਾਈਜ਼ ਵੇ ਨਾਲ ਸਭ ਕੁਝ ਹੋਵੇ। ਆਈਡੈਂਟੀਫਿਕੇਸ਼ਨ ਆਫ ਐਕਟੀਵਿਟੀਜ਼, ਜੋ ਕੰਮ ਕਰਨਾ ਉਹਨਾਂ ਦਾ ਪਤਾ ਹੋਏ ਕੀ ਕਰਨਾ। ਕਲਾਸੀਫਿਕੇਸ਼ਨ ਆਫ ਗਰੁੱਪਿੰਗ ਆਫ ਐਕਟੀਵਿਟੀਜ਼ ਨੂੰ ਗਰੁੱਪਸ ਵਿੱਚ ਕਲਾਸੀਫਾਈ ਕੀਤਾ ਜਾਏ, ਕਿੰਨੇ ਕਿਹੜਾ ਕੰਮ ਕਰਨਾ। ਅਸਾਈਨਮੈਂਟ ਆਫ ਡਿਊਟੀਜ਼, ਫਿਰ ਉਹਦੀ ਡਿਊਟੀਜ਼ ਅਸਾਈਨ ਕੀਤੀਆਂ ਜਾਣ। ਡੈਲੀਗੇਸ਼ਨ ਆਫ ਅਥਾਰਟੀ, ਕ੍ਰੀਏਸ਼ਨ ਆਫ ਰਿਸਪੌਂਸਿਬਿਲਿਟੀ, ਹਰ ਇੱਕ ਨੂੰ ਆਪਣੀ ਆਪਣੀ ਅਥਾਰਟੀ ਡੈਲੀਗੇਟ ਕੀਤੀ ਜਾਏ, ਤੂੰ ਇਹਦੇ ਕੋਲ ਇਹ ਅਥਾਰਟੀ ਹੈ, ਤੂੰ ਅੱਗੋਂ ਇਹ ਕੰਮ ਕਰਵਾਉਣਾ ਹੈ, ਉਹਨੂੰ ਰਿਸਪੌਂਸਿਬਿਲਿਟੀ ਪਤਾ ਹੈ। ਕੋਆਰਡੀਨੇਟਿੰਗ ਅਥਾਰਟੀ ਐਂਡ ਰਿਸਪੌਂਸਿਬਿਲਿਟੀ ਰਿਲੇਸ਼ਨਸ਼ਿਪ। ਡੈਲੀਗੇਸ਼ਨ ਆਫ ਅਥਾਰਟੀ ਵੀ ਦੇਣੀ ਹੈ ਔਰ ਉਹਨੂੰ ਕਹਿਣਾ ਹੈ ਆਪਣਾ ਕੋਆਰਡੀਨੇਸ਼ਨ ਵੀ ਬਣਾਏ ਰੱਖੇ ਸਭ 'ਚ। ਨੈਕਸਟ ਸਾਡਾ ਸਟਾਫਿੰਗ ਜਿਸ ਤਰ੍ਹਾਂ ਕਿਸੇ ਵੀ ਬਿਜ਼ਨਸ ਆਰਗੇਨਾਈਜੇਸ਼ਨ ਜਾਂਦੇ ਹੋ ਤੁਸੀਂ, ਰਿਕਰੂਟਮੈਂਟ ਉੱਥੇ ਹੁੰਦੀ ਹੈ ਨਾ, ਤੁਸੀਂ ਮੈਨ ਪਾਵਰ ਦੀ, ਉਹਨੂੰ ਹੀ ਕਹਿੰਦੇ ਆਪਾਂ ਸਟਾਫਿੰਗ। ਮੈਨ ਪਾਵਰ ਪਲੈਨਿੰਗ ਵਿੱਚ ਆ ਜਾਏਗਾ ਉਹਨੂੰ ਕਿਸ ਪਰਸਨ ਨੂੰ ਕਿੱਥੇ ਰੱਖਣਾ ਹੈ, ਕੁਆਲੀਫਿਕੇਸ਼ਨ ਦੇ ਅਕੋਰਡਿੰਗ ਕੌਣ ਕਿੱਥੇ ਸੁਟੇਬਲ ਹੈ। ਰਿਕਰੂਟਮੈਂਟ, ਸਿਲੈਕਸ਼ਨ ਐਂਡ ਪਲੇਸਮੈਂਟ, ਰਿਕਰੂਟਮੈਂਟ ਕਰਨੀ, ਸਿਲੈਕਸ਼ਨ ਕਰਨੀ, ਪਲੇਸਮੈਂਟ ਕਰਨੀ, HR ਡਿਪਾਰਟਮੈਂਟ ਦਾ ਕੰਮ ਹੁੰਦਾ ਕਿਸੇ ਵੀ ਬਿਜ਼ਨਸ ਆਰਗੇਨਾਈਜੇਸ਼ਨ ਵਿੱਚ। ਟ੍ਰੇਨਿੰਗ ਦੇਣੀ, ਡਿਵੈਲਪਮੈਂਟ ਦੇਣੀ, ਰੈਮੂਨਰੇਸ਼ਨ ਮੀਨਸ ਉਹਨਾਂ ਨੂੰ ਇਨਸੈਂਟਿਵ ਦੇਣੇ। ਪਰਫਾਰਮੈਂਸ ਅਪਰੇਜ਼ਲ, ਕਿਸੇ ਦੀ ਪਰਫਾਰਮੈਂਸ ਵਧੀਆ ਤਾਂ ਉਹਦੇ ਹਿਸਾਬ ਨਾਲ ਬੋਨਸ ਦੇਣਾ। ਪ੍ਰਮੋਸ਼ਨ ਐਂਡ ਟ੍ਰਾਂਸਫਰ ਕਰਨੀ, ਪ੍ਰਮੋਸ਼ਨ ਕਰਨੀ ਐਂਡ ਟ੍ਰਾਂਸਫਰ ਕਰਨੀ। ਨੈਕਸਟ ਹੈ ਡਾਇਰੈਕਟਿੰਗ 'ਚ ਕੀ ਹੈਗਾ, ਉਹਨੂੰ ਪੂਰਾ ਸੁਪਰਵਾਈਜ਼ ਕਰਨਾ ਹੈ, ਕਿਸੇ ਵੀ ਇੰਪਲੋਈ ਨੂੰ ਸੁਪਰਵਾਈਜ਼ ਕਰਨਾ ਹੈ, ਉਹਨੂੰ ਮੋਟੀਵੇਟ ਕਰਨਾ ਹੈ, ਲੀਡ ਕਰਨਾ ਹੈ ਐਂਡ ਬੈਟਰ ਕਮਿਊਨੀਕੇਸ਼ਨ ਹੋਏ। ਨੈਕਸਟ ਕੰਟਰੋਲਿੰਗ ਇਸਟੈਬਲਿਸ਼ਮੈਂਟ ਆਫ ਸਟੈਂਡਰਡ ਪਰਫਾਰਮੈਂਸ, ਪਹਿਲਾਂ ਇਸਟੈਬਲਿਸ਼ ਕਰਨਾ ਕਿਹੜੇ ਕਿਹੜੇ ਕੰਮ ਕੀਤੇ ਜਾਣ। ਮੇਜਰਮੈਂਟ ਆਫ ਐਕਚੁਅਲ ਪਰਫਾਰਮੈਂਸ, ਫਿਰ ਦੇਖਣਾ ਜਿਹੜੇ ਕੰਮ ਕੀਤੇ ਗਏ ਨੇ, ਜੋ ਅਸੀਂ ਸੋਚਿਆ ਸੀ ਉਹਦੇ ਅਕੋਰਡਿੰਗ ਕੰਮ ਹੋਇਆ ਵੀ ਹੈ ਕਿ ਨਹੀਂ। ਕੰਪੈਰੀਜ਼ਨ ਆਫ ਐਕਚੁਅਲ ਪਰਫਾਰਮੈਂਸ ਵਿਦ ਦਾ ਸਟੈਂਡਰਡ ਐਂਡ ਫਾਈਂਡਿੰਗ ਆਊਟ ਡੇਵੀਏਸ਼ਨ ਇਫ ਐਨੀ, ਫਿਰ ਉਹਨਾਂ ਨੂੰ ਉਸ ਕੰਮ ਦੇ ਨਾਲ ਕੰਪੇਅਰ ਕਰਨਾ। ਫਿਰ ਜੇਕਰ ਕੋਈ ਗਲਤੀ ਨਿਕਲਦੀ ਹੈ, ਆਊਟ ਡੇਵੀਏਸ਼ਨ ਇਫ ਐਨੀ, ਉਹਨੂੰ ਕਰੈਕਟਿਵ ਐਕਸ਼ਨ ਲੈਣਾ ਉਹਦੇ ਹਿਸਾਬ ਨਾਲ। ਸੋ ਐਸੇ ਸਾਡੇ ਕੁਝ ਮੈਨੇਜਮੈਂਟ ਦੇ ਬੇਸਿਕ ਨੋਟਸ। ਸੋ ਅੱਗੇ ਇਹਦੇ ਹਾਇਰ ਨੋਟਸ ਕਰਾਂਗੇ, ਇਹਦੇ ਪ੍ਰਿੰਸੀਪਲਸ ਕਰਾਂਗੇ, ਹੋਰ ਵੀ ਇਹਦਾ ਬਹੁਤ ਵਾਸਟ ਸਿਲੇਬਸ ਹੈ, ਹੌਲੀ ਹੌਲੀ ਅੱਗੇ ਚੱਲਾਂਗੇ। ਸੋ ਜੇਕਰ ਤੁਹਾਨੂੰ ਬਹੁਤ ਸਾਡਾ ਮੇਰਾ ਲੈਕਚਰ ਵਧੀਆ ਲੱਗਾ ਹੈ, ਪਲੀਜ਼ ਲਾਈਕ ਕਰੋ, ਸ਼ੇਅਰ ਕਰੋ, ਤਾਂ ਕਿ ਜੋ ਵੀਡੀਓ ਹੈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵਿੱਚ ਪਹੁੰਚ ਸਕੇ। ਸੋ ਆਵਾਂਗੇ ਅਸੀਂ ਨੈਕਸਟ ਮੈਨੇਜਮੈਂਟ ਦਾ ਪਾਰਟ 2 ਲੈ ਕੇ। ਥੈਂਕ ਯੂ ਸੋ ਮਚ।